ਮੈਂ ਹਰਵਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ GGD SD ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਮੈਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਹਾਂ ਸੋ ਖੇਲਤ ਬੇਲਾ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਰਚਨਾ ਨੂੰ BA ਸਮੈਸਟਰ 5ਵੇਂ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। रचना है। कहाँ सो खेलत बेला घोड़े कहाँ पेरीसा हनाई, कहाँ सो तेग बंद गाडेरड़, कहाँ सो लाल कवाई, कहाँ सो आरसियाँ मुँह बंके ऐथे दिसे है नाही। एह जग तेरा तू गोसाई, एक घड़ी मैं थाप उथापे जरवंड देवे पाई। ਇਸ ਰਚਨਾ ਵਿੱਚ ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਜਗਤ ਦੇ ਸਿਰਜਣਹਾਰ ਪਰਮਾਤਮਾ ਦੀ ਇਹ ਹੈਰਾਨੀਜਨਕ ਖੇਡ ਹੈ ਕਿ ਉਹ ਇੱਕ ਘੜੀ ਵਿੱਚ ਇਸ ਜਗਤ ਨੂੰ ਤਬਾਹ ਕਰਕੇ ਦੌਲਤ ਹੋਰਨਾਂ ਵਿੱਚ ਵੰਡ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਇਸ ਸ਼ਬਦ ਵਿੱਚ ਬਾਬਰ ਦੇ ਹੱਲੇ ਸਮੇਂ ਸੈਦਪੁਰ ਦੀ ਹੋਈ ਦੁਰਦਸ਼ਾ ਦਾ ਬਿਆਨ ਕਰਦਿਆਂ ਦੱਸਦੇ ਹਨ ਕਿ ਸੈਦਪੁਰ ਬੜੀ ਰੌਣਕ ਅਤੇ ਚਹਿਲ ਪਹਿਲ ਵਾਲਾ ਸੀ, ਪਰ ਹੁਣ ਫੌਜੀਆਂ ਦੇ ਖੇਡ ਤਮਾਸ਼ੇ ਕਿੱਥੇ ਗਏ, ਭਾਵ ਸਭ ਖਤਮ ਹੋ ਗਏ। ਘੋੜੇ ਅਤੇ ਘੋੜਿਆਂ ਦੇ ਤਬੇਲੇ ਵੀ ਸਾਰੇ ਤਬਾਹ ਹੋ ਗਏ। ਨਗਾਰੇ ਅਤੇ ਤੂਤੀਆਂ ਵੀ ਕਿਧਰੇ ਨਜ਼ਰ ਨਹੀਂ ਆਉਂਦੀਆਂ। ਫੌਜੀਆਂ ਦੀਆਂ ਲਾਲ ਰੰਗ ਦੀਆਂ ਵਰਦੀਆਂ ਕਿੱਥੇ ਗਈਆਂ ਅਤੇ ਉਹਨਾਂ ਦੇ ਪਸ਼ਮੀਨੇ ਅਤੇ ਗਾਤਰੇ ਕਿੱਧਰ ਗਏ। ਸ਼ੀਸ਼ੇ ਦੇ ਸ਼ੀਸ਼ਿਆਂ ਵਿੱਚੋਂ ਦੇਖੇ ਜਾਣ ਵਾਲੇ ਸੁੰਦਰ ਮੂੰਹ ਕਿੱਥੇ ਗਏ ਹਨ। ਇਹ ਸਾਰਾ ਕੁਝ ਜੋ ਕਿ ਸੈਦਪੁਰ ਦੀ ਅਜੇ ਕੱਲ੍ਹ ਤੱਕ ਰੌਣਕ ਦਾ ਸਮਾਨ ਸੀ, ਕਿੱਧਰ ਗਿਆ। ਹੇ ਪਰਮਾਤਮਾ, ਇਹ ਦੁਨੀਆ ਤੇਰੀ ਸਿਰਜੀ ਹੋਈ ਹੈ, ਬਣਾਈ ਹੋਈ ਹੈ ਅਤੇ ਤੂੰ ਇਸ ਜਗਤ ਦਾ ਮਾਲਕ ਹੈ। ਇਸ ਜਗਤ ਦੀ ਰਚਨਾ ਕਰਕੇ ਇੱਕ ਘੜੀ ਵਿੱਚ ਇਸ ਨੂੰ ਤਬਾਹ ਕਰ ਦਿੰਦਾ ਹੈ ਅਤੇ ਦੌਲਤ ਹੋਰਨਾਂ ਵਿੱਚ ਵੰਡ ਦਿੰਦਾ ਹੈ। ਇਹ ਤੇਰੀ ਬੜੀ ਅਨੋਖੀ ਅਤੇ ਹੈਰਾਨੀਜਨਕ ਖੇਡ ਹੈ। ਕਹਾਂ ਸੂ ਘਰ ਦਰ ਮੰਡਪ ਮਹਿਲਾਂ, ਕਹਾਂ ਸੂ ਬੰਕ ਸਰਾਈ, ਕਹਾਂ ਸੂ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ, ਕਹਾਂ ਸੂ ਪਾਨ ਤਬੋਲੀ ਹਰਮਾ ਹੋਈਆਂ ਸ਼ਾਈ ਮਾਈ। ਇਸ ਬਾਰੇ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਸੈਦਪੁਰ ਦੀ ਹੋਈ ਤਬਾਹੀ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਸੋਹਣੇ ਘਰ ਮਹਿਲ ਮਾੜੀਆਂ ਅਤੇ ਸੋਹਣੀਆਂ ਸਰਾਵਾਂ ਕਿੱਥੇ ਗਈਆਂ ਹਨ। ਸੁੱਖ ਦੇਣ ਵਾਲੀਆਂ ਇਸਤਰੀ ਅਤੇ ਉਸਦੀ ਸੇਜ ਕਿੱਥੇ ਗਈ, ਜਿਸ ਨੂੰ ਵੇਖ ਕੇ ਅੱਖਾਂ ਦੀ ਨੀਂਦ ਉੱਡ ਜਾਂਦੀ ਸੀ। ਪਾਨ ਅਤੇ ਪਾਨ ਵੇਚਣ ਵਾਲੀਆਂ ਜਨਾਨੀਆਂ ਕਿੱਥੇ ਗਈਆਂ ਹਨ। ਪਰਦੇਦਾਰ ਜਨਾਨੀਆਂ ਕਿੱਥੇ ਹਨ। ਇਹ ਸਾਰਾ ਕੁਝ ਕਿੱਥੇ ਗੁਆਚ ਗਿਆ ਹੈ, ਭਾਵ ਇਹ ਸਾਰਾ ਕੁਝ ਪਰਮਾਤਮਾ ਦੀ ਅਚਰਜ ਖੇਡ ਰਾਹੀਂ ਤਹਿਸ ਨਹਿਸ ਹੋ ਚੁੱਕਾ ਹੈ। ਇਸ ਜਰ ਕਾਰਨ ਘਣੀ ਵਿਗੁਤੀ, ਇੰਜਰ ਘਣੀ ਖੁਆਈ, ਪਾਪਾ ਬਾਝ ਹੋਵੇ ਨਾਹੀਂ, ਮੋਇਆ ਸਾਥ ਨਾ ਜਾਏ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਗੁਰੂ ਨਾਨਕ ਦੇਵ ਜੀ ਇਸ ਕਾਵਿ ਟੋਟੇ ਵਿੱਚ ਬਿਆਨ ਕਰਦੇ ਹਨ ਕਿ ਧਨ ਦੌਲਤ ਦੀ ਖਾਤਰ ਇਹ ਦੁਨੀਆ ਬਹੁਤ ਖੱਜਲ ਖੁਆਰੀ ਹੁੰਦੀ ਹੈ, ਖੱਜਲ ਖੁਆਰ ਹੁੰਦੀ ਹੈ। ਇਸ ਦੌਲਤ ਬਾਰੇ ਗੁਰੂ ਤੱਥ ਦੀ ਗੱਲ ਦੱਸਦੇ ਹਨ ਕਿ ਇਹ ਦੌਲਤ ਪਾਪ ਜ਼ੁਲਮ ਕਰਨ ਤੋਂ ਬਿਨਾਂ ਇਕੱਠੀ ਨਹੀਂ ਹੋ ਸਕਦੀ ਅਤੇ ਮਰਨ ਵੇਲੇ ਇਕੱਠੀ ਕੀਤੀ ਹੋਈ ਦੌਲਤ ਵਿੱਚੋਂ ਨਾਲ ਕੁਝ ਵੀ ਨਹੀਂ ਜਾਂਦਾ। ਪਰ ਇਸ ਵਿੱਚ ਜੀਵ ਦਾ ਕੀ ਦੋਸ਼ ਹੈ ਜਾਂ ਉਸ ਦੇ ਕੀ ਵਸ ਹੈ, ਕਿਉਂਕਿ ਪਰਮਾਤਮਾ ਆਪ ਜਿਸ ਨੂੰ ਕੁਰਾਹੇ ਪਾਉਂਦਾ ਹੈ ਉਸ ਕੋਲੋਂ ਪਹਿਲਾਂ ਚੰਗਿਆਈ ਖੋਹ ਲੈਂਦਾ ਹੈ। ਕੋਟੀ ਹੂ ਪੀਰ ਵਰਜ ਰਹਾਏ, ਜਾਂ ਮੀਰ ਸੋਹਣਿਆ ਧਾਇਆ,
ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ। ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ। ਗੁਰੂ ਨਾਨਕ ਦੇਵ ਜੀ ਇਸ ਕਾਵਿ ਟੋਟੇ ਵਿੱਚ ਦੱਸਦੇ ਹਨ ਕਿ ਜਦੋਂ ਪਠਾਨ ਹਾਕਮਾਂ ਨੂੰ ਇਹ ਪਤਾ ਲੱਗਾ ਕਿ ਬਾਬਰ ਹੱਲਾ ਕਰਕੇ ਹਨੇਰੀ ਵਾਂਗ ਚੜ੍ਹਦਾ ਆ ਰਿਹਾ ਹੈ, ਤਾਂ ਅਨੇਕਾਂ ਹੀ ਪੀਰਾਂ ਨੂੰ ਜਾਦੂ ਟੂਣੇ ਕਰਨ ਲਈ ਰੋਕ ਲਿਆ। ਉਹਨਾਂ ਪੀਰਾਂ ਫਕੀਰਾਂ ਦੇ ਜਾਦੂ ਟੂਣੇ ਕਰਨ, ਮਾਲਾਵਾਂ ਫੇਰਨ ਦੇ ਬਾਵਜੂਦ ਵੀ ਪੱਕੇ ਮਹਿਲ ਤੇ ਹਵੇਲੀਆਂ ਮੁਗਲਾਂ ਦੀਆਂ ਅੱਗਾਂ ਨਾਲ ਸੜ ਗਈਆਂ। ਮੁਗਲਾਂ ਨੇ ਪਠਾਨ ਸ਼ਹਿਜ਼ਾਦਿਆਂ ਨੂੰ ਟੋਟੇ ਟੋਟੇ ਕਰ ਮਿੱਟੀ ਵਿੱਚ ਰੋਲ ਦਿੱਤਾ। ਪੀਰਾਂ ਦੀਆਂ ਤਸਬੀਹਾਂ ਨਾਲ ਕੋਈ ਵੀ ਮੁਗਲ ਅੰਨਾ ਨਾ ਹੋਇਆ। ਕਿਸੇ ਵੀ ਪੀਰ ਦੀ ਕੋਈ ਵੀ ਕਰਾਮਾਤ ਉਸ ਵੇਲੇ ਕਾਮਯਾਬ ਨਾ ਹੋਈ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ। ਉਨ ਤੁਪਕ ਤਾਣ ਚਲਾਈ, ਉਨ ਹਸਤ ਚਿੜਾਈ। ਜਿਨ ਕੀ ਚੀਰੀ ਦਰਗਾਹ ਫਾਟੀ, ਤਿਨਾ ਮਰਣਾ ਭਾਈ। ਗੁਰੂ ਜੀ ਇਸ ਕਾਵਿ ਟੋਟੇ ਵਿੱਚ ਬਿਆਨਦੇ ਹਨ ਕਿ ਜਦੋਂ ਮੁਗਲਾਂ ਤੇ ਪਠਾਣਾਂ ਵਿਚਕਾਰ ਲੜਾਈ ਹੋਈ, ਲੜਾਈ ਵਿੱਚ ਮੁਗਲਾਂ ਤੇ ਪਠਾਣਾਂ ਨੇ ਤਲਵਾਰਾਂ ਚਲਾਈਆਂ। ਮੁਗਲਾਂ ਨੇ ਬੰਦੂਕਾਂ ਨਾਲ ਨਿਸ਼ਾਨੇ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥਾਂ ਵਿੱਚ ਹੀ ਚਿੜ ਕਰ ਗਈਆਂ। ਗੁਰੂ ਜੀ ਦੱਸਦੇ ਹਨ ਕਿ ਪਰਮਾਤਮਾ ਦੀ ਦਰਗਾਹ ਵਿੱਚੋਂ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ। ਇੱਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਣੀ ਠਕੁਰਾਣੀ। ਇੱਕ ਨਾ ਪੇਰਣ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ। ਜਿਨ ਕੇ ਬੰਕੇ ਘਰੀ ਨ ਆਇਆ, ਤਿਨ ਕਿਉ ਰਹਿਣ ਵਿਹਾਣੀ। ਇਸ ਕਾਵਿ ਟੋਟੇ ਵਿੱਚ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਭਾਵੇਂ ਹਿੰਦੂ ਇਸਤਰੀਆਂ ਸਨ ਤੇ ਭਾਵੇਂ ਮੁਸਲਮਾਨ, ਭੱਟਾਂ ਤੇ ਠਾਕੁਰਾਂ ਦੀਆਂ ਇਸਤਰੀਆਂ ਸਨ। ਇਸ ਸਮੇਂ ਕਈਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਬੁਰਕੇ ਲੀਰੋ ਲੀਰ ਹੋ ਗਏ, ਭਾਵ ਕਿ ਬੇਪਰਦਾ ਹੋਈਆਂ। ਕਈਆਂ ਦਾ ਮਰ ਕੇ ਮਸਾਣਾ ਵਿੱਚ ਥਾਂ ਟਿਕਾਣਾ ਬਣਿਆ। ਜਿਹੜੀਆਂ ਬਚੀਆਂ ਉਹ ਵੀ ਨਾ ਹੋਈਆਂ ਵਰਗੀਆਂ ਸਨ। ਜਿਨ੍ਹਾਂ ਇਸਤਰੀਆਂ ਦੇ ਸ਼ੈਲ ਬਾਂਕੇ ਪਤੀ ਘਰ ਵਾਪਸ ਨਾ ਆਏ, ਉਹਨਾਂ ਨੇ ਬੜੇ ਦੁੱਖ ਤੇ ਵਿਪਤਾ ਵਿੱਚ ਰਾਤ ਕੱਟੀ। ਆਪੇ ਕਰੇ ਕਰਾਏ ਕਰਤਾ, ਕਿਸ ਨੇ ਆਖ ਸੁਣਾਇਆ। ਦੁੱਖ ਸੁੱਖ ਤੇਰੇ ਭਾਣੇ ਹੋਵੇ, ਕਿਸ ਦੇ ਜਾਏ ਰੁਆਇਆ। ਹੁਕਮੀ ਹੁਕਮ ਚਲਾਏ ਵਿਗਸੇ, ਨਾਨਕ ਲਿਖਿਆ ਪਾਇਆ। ਗੁਰੂ ਜੀ ਇਸ ਕਾਵਿ ਟੋਟੇ ਵਿੱਚ ਦੱਸਦੇ ਹਨ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ ਤੇ ਕਰਾਉਣ ਵਾਲਾ ਹੈ। ਇਸ ਲਈ ਸੈਦ ਭਰ ਉੱਤੇ ਹੱਲੇ ਦੀ ਤਵਾਈ ਦੀ ਦਰਦਨਾਕ ਕਹਾਣੀ ਇਸ ਨੂੰ ਸੁਣਾਈ ਜਾਵੇ। ਇਸ ਦੁਨੀਆ ਵਿਚਲੇ ਮਨੁੱਖਾਂ ਨਾਲ ਦੁੱਖ ਅਤੇ ਸੁੱਖ ਦੋਵੇਂ ਹੀ ਉਸ ਦੀ ਰਜ਼ਾ ਨਾਲ ਵਾਪਰਦੇ ਹਨ। ਇਸ ਕਰਕੇ ਹੀ ਪਰਮਾਤਮਾ ਤੇਰੇ ਤੋਂ ਬਿਨਾਂ ਇਸ ਕੋਲ ਜਾ ਕੇ ਆਪਣੇ ਦੁੱਖਾਂ ਦਾ ਰੋਣਾ ਰੋਈਏ। ਪਰਮਾਤਮਾ ਆਪਣੇ ਹੁਕਮ ਵਿੱਚ ਇਸ ਦੁਨੀਆ ਨੂੰ ਚਲਾ ਰਿਹਾ ਹੈ ਤੇ ਜੋ ਕੁਝ ਹੁਕਮ ਅਨੁਸਾਰ ਵਾਪਰ ਰਿਹਾ ਹੈ, ਉਸ ਨੂੰ ਵੇਖ ਕੇ ਸੰਤੁਸ਼ਟ ਹੋ ਰਿਹਾ ਹੈ। ਇਸ ਦੁਨੀਆ ਵਿੱਚ ਹਰ ਕੋਈ ਆਪਣੇ ਲਿਖੇ ਹੋਏ ਲੇਖ ਭੋਗਦਾ ਹੈ। ਧੰਨਵਾਦ।